ਸਤਿ ਸ੍ਰੀ ਅਕਾਲ ਸਾਰੇ ਫਿਊਚਰ ਟੀਚਰਸ ਨੂੰ ਵੈਲਕਮ ਹੈ ਤੁਹਾਡਾ ਪੀਐਸਟੈਟ ਸੀਟੈਟ ਪ੍ਰੈਪ ਤੇ। ਦੇਖੋ ਅੱਜ ਦੀ ਕਲਾਸ ਵਿੱਚ ਅਸੀਂ ਪੈਡਾਗੋਜੀ ਦਾ ਕਹਿ ਸਕਦੇ ਹਾਂ ਇੱਕ ਸਭ ਤੋਂ ਇੰਪੋਰਟੈਂਟ ਟੌਪਿਕ ਕੰਸਟਰਕਟਿਵਿਜ਼ਮ ਯਾਨੀ ਕਿ ਰਚਨਾਵਾਦ ਨੂੰ ਬਿਲਕੁਲ ਜੜ ਤੋਂ ਸਮਝਾਂਗੇ ਤੇ ਮੇਰੀ ਪ੍ਰੋਮਿਸ ਹੈ ਇਸ ਕਲਾਸ ਤੋਂ ਬਾਅਦ ਐਗਜ਼ਾਮ ਦੇ ਵਿੱਚ ਇਸ ਟੌਪਿਕ ਦਾ ਕੋਈ ਵੀ ਕੁਐਸਚਨ ਤੁਹਾਨੂੰ ਰੋਕ ਨਹੀਂ ਪਾਵੇਗਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਓਕੇ ਸੋ ਇਹ ਹੈ ਆਪਣਾ ਅੱਜ ਦਾ ਪੂਰਾ ਗੇਮ ਪਲਾਨ। ਪਹਿਲਾਂ ਅਸੀਂ ਸਮਝਾਂਗੇ ਕਿ ਆਖਿਰ ਇੱਕ ਕੰਸਟਰਕਟਿਵਿਜ਼ਮ ਹੈ ਕੀ, ਫਿਰ ਦੇਖਾਂਗੇ ਕਿ ਇਸ ਦੀ ਕਲਾਸਰੂਮ ਕਿਵੇਂ ਦੀ ਹੁੰਦੀ ਹੈ। ਉਸ ਤੋਂ ਬਾਅਦ ਆਪਸ ਵਿੱਚ ਕੰਪੇਅਰ ਕਰਾਂਗੇ, ਕੁਝ ਸਿੰਪਲ ਜਿਹੇ ਮੈਮਰੀ ਟ੍ਰਿਕਸ ਸਿੱਖਾਂਗੇ ਤੇ ਸਭ ਤੋਂ ਐਂਡ ਵਿੱਚ ਪ੍ਰੈਕਟਿਸ ਐਮਸੀਕਿਊਜ਼ ਨਾਲ ਇਸ ਕਨਸੈਪਟ ਨੂੰ ਬਿਲਕੁਲ ਪੱਕਾ ਕਰ ਲਾਂਗੇ। ਸੋ ਲੈਟਸ ਗੈਟ ਸਟਾਰਟਡ। ਚਲੋ ਜੀ ਹੁਣ ਸਿੱਧਾ ਮੁੱਦੇ ਤੇ ਆਉਂਦੇ ਹਾਂ। ਸਵਾਲ ਇਹ ਹੈ ਕਿ ਆਖਿਰ ਇਹ ਕੰਸਟਰਕਟਿਵਿਜ਼ਮ ਹੈ ਕੀ? ਇਹ ਸ਼ਬਦ ਪੈਡਾਗੋਜੀ ਵਿੱਚ ਇੰਨਾ ਜ਼ਰੂਰੀ ਕਿਉਂ ਮੰਨਿਆ ਜਾਂਦਾ ਹੈ? ਲੈਟਸ ਡਾਈਵ ਡੀਪ। ਬਿਲਕੁਲ ਆਮ ਜਿਹੀ ਭਾਸ਼ਾ ਵਿੱਚ ਸਮਝੋ। ਕੰਸਟਰਕਟਿਵਿਜ਼ਮ ਇਹ ਕਹਿੰਦਾ ਹੈ ਕਿ ਬੱਚਾ ਇੱਕ ਖਾਲੀ ਗਲਾਸ ਜਾਂ ਕੋਈ ਬਰਤਨ ਨਹੀਂ ਹੈ ਜਿਹਦੇ ਵਿੱਚ ਤੁਸੀਂ ਗਿਆਨ ਪੜ੍ਹ ਦੋਗੇ। ਬਿਲਕੁਲ ਨਹੀਂ। ਲਰਨਰ ਅਸਲ ਵਿੱਚ ਇੱਕ ਛੋਟਾ ਸਾਇੰਟਿਸਟ ਹੈ, ਇੱਕ ਬਿਲਡਰ ਹੈ ਜੋ ਆਪਣੇ ਅਨੁਭਵ ਯਾਨੀ ਐਕਸਪੀਰੀਐਂਸਸ ਤੇ ਆਪਸੀ ਗੱਲਬਾਤ ਯਾਨੀ ਇੰਟਰੈਕਸ਼ਨ ਨਾਲ ਆਪਣੀ ਨੌਲੇਜ ਦੀ ਇਮਾਰਤ ਆਪ ਬਣਾਉਂਦਾ ਹੈ। ਹੀ ਐਕਟਿਵਲੀ ਕੰਸਟਰਕਟਸ ਹਿਜ਼ ਓਨ ਨੌਲੇਜ। ਦੈਟਸ ਦ ਕੀ। ਸੋ ਇਹ ਜੋ ਕੰਸਟਰਕਟਿਵਿਜ਼ਮ ਹੈ ਇਹ 4 ਮੇਨ ਪਿਲਰਸ ਤੇ ਖੜਾ ਹੈ। ਇਸ ਦੇ ਹਿਸਾਬ ਨਾਲ ਲਰਨਿੰਗ ਹਮੇਸ਼ਾ ਐਕਟਿਵ ਹੁੰਦੀ ਹੈ, ਮਤਲਬ ਬੱਚਾ ਕਰਕੇ ਸਿੱਖਦਾ ਹੈ, ਪੈਸਿਵ ਨਹੀਂ। ਸੋਸ਼ਲ ਹੁੰਦੀ ਹੈ, ਗਰੁੱਪ ਵਿੱਚ ਅਕੇਲੇ ਬੈਠ ਕੇ ਨਹੀਂ। ਕੰਟੈਕਸਟ ਬੇਸਡ ਹੁੰਦੀ ਹੈ, ਯਾਨੀ ਰੀਅਲ ਲਾਈਫ ਸਿਚੁਏਸ਼ਨਸ ਦੇ ਨਾਲ ਜੁੜੀ ਹੋਈ। ਤੇ ਸਭ ਤੋਂ ਜ਼ਰੂਰੀ ਮੀਨਿੰਗ ਡਰਿਵਨ ਹੁੰਦੀ ਹੈ, ਰੱਟੇ ਡਰਿਵਨ ਬਿਲਕੁਲ ਨਹੀਂ। ਇਸ ਕਨਸੈਪਟ ਦੇ 2 ਹੀਰੋ ਨੇ, ਯਾਦ ਰੱਖਣਾ। ਇੱਕ ਨੇ ਜੀਨ ਪਿਆਜੇ ਜੋ ਕਹਿੰਦੇ ਸੀ ਕਿ ਬੱਚਾ ਆਪਣੇ ਦਿਮਾਗ ਦੇ ਵਿੱਚ ਇੰਡੀਵਿਜੂਅਲੀ ਨੌਲੇਜ ਕੰਸਟਰਕਟ ਕਰਦਾ ਹੈ, ਤੇ ਦੂਜੇ ਪਾਸੇ ਹੈ ਲੈਵ ਵਾਈਗੋਟਸਕੀ ਜਿਨ੍ਹਾਂ ਦਾ ਮੰਨਣਾ ਸੀ ਕਿ ਨੌਲੇਜ ਪਹਿਲਾਂ ਸਮਾਜ ਵਿੱਚ ਇੰਟਰੈਕਸ਼ਨ ਨਾਲ ਬਣਦੀ ਹੈ ਤੇ ਫਿਰ ਇੰਡੀਵਿਜੂਅਲ ਲੈਵਲ ਤੇ ਆਂਦੀ ਹੈ। ਟੀਚਰ ਹੋਣ ਦੇ ਨਾਤੇ ਇਹ ਫਰਕ ਸਮਝਣਾ ਜ਼ਰੂਰੀ ਹੈ। ਪਿਆਜੇ ਦੀ ਸੋਚ ਇੰਡੀਵਿਜੂਅਲ ਡਿਸਕਵਰੀ ਪ੍ਰੋਜੈਕਟਸ ਨੂੰ ਸਪੋਰਟ ਕਰਦੀ ਹੈ ਤੇ ਵਾਈਗੋਟਸਕੀ ਦੀ ਸੋਚ ਗਰੁੱਪ ਡਿਸਕਸ਼ਨਸ ਤੇ ਕੋਲੈਬੋਰੇਟਿਵ ਟਾਸਕਸ ਨੂੰ। ਚਲੋ ਹੁਣ ਉਸ ਸਭ ਤੋਂ ਜ਼ਰੂਰੀ ਹਿੱਸੇ ਤੇ ਚੱਲਦੇ ਹਾਂ ਜਿੱਥੋਂ ਐਗਜ਼ਾਮ ਵਿੱਚ ਡਾਇਰੈਕਟ ਕੁਐਸਚਨਸ ਬਣਦੇ ਨੇ। ਇੱਕ ਕੰਸਟਰਕਟਿਵਿਸਟ ਕਲਾਸਰੂਮ ਦੇ ਫੀਚਰਸ, ਉਸ ਦੀ ਪਹਿਚਾਣ ਕੀ ਹੁੰਦੀ ਹੈ? ਤੁਸੀਂ ਕਿਵੇਂ ਪਹਿਚਾਣੋਗੇ? ਦੇਖੋ, ਸਭ ਤੋਂ ਪਹਿਲੀ ਤੇ ਵੱਡੀ ਗੱਲ, ਕਲਾਸਰੂਮ ਲਰਨਰ ਸੈਂਟਰਡ ਹੋਵੇਗੀ, ਬੱਚੇ ਦੇ ਇਰਦ-ਗਿਰਦ ਘੁੰਮੇਗੀ। ਟੀਚਰ ਇੱਕ ਡਿਕਟੇਟਰ ਨਹੀਂ, ਉਹ ਇੱਕ ਫੈਸਿਲਿਟੇਟਰ ਹੈ, ਮਤਲਬ ਸਿਰਫ ਰਾਹ ਦਿਖਾਉਣ ਵਾਲਾ ਇੱਕ ਗਾਈਡ। ਦੂਸਰਾ, ਇੰਟਰੈਕਸ਼ਨ ਤੇ ਬਹੁਤ ਜ਼ੋਰ ਹੋਵੇਗਾ, ਪੇਅਰ ਵਰਕ, ਗਰੁੱਪ ਡਿਸਕਸ਼ਨ, ਰੋਲ ਪਲੇ। ਔਰ ਤੀਸਰਾ, ਪ੍ਰਾਇਰ ਨੌਲੇਜ ਦਾ ਯੂਜ਼। ਜਿਵੇਂ ਫਾਰਮਲ ਲੈਟਰ ਸਿਖਾਉਣ ਤੋਂ ਪਹਿਲਾਂ ਤੁਸੀਂ ਪੁੱਛ ਸਕਦੇ ਹੋ, ਕਿਆ ਕਦੇ ਕਿਸੇ ਨੂੰ ਈਮੇਲ ਜਾਂ ਮੈਸੇਜ ਲਿਖਿਆ ਹੈ? ਬਸ ਆਹੀ ਹੈ ਗਿਆਨ ਨੂੰ ਜੋੜਨਾ। ਹੁਣ ਅਗਲੇ ਫੀਚਰਸ ਵੀ ਬੜੇ ਇੰਪੋਰਟੈਂਟ ਨੇ। ਰਟੀਫਿਕੇਸ਼ਨ ਤੇ ਜ਼ੀਰੋ ਫੋਕਸ। ਸਾਰਾ ਫੋਕਸ ਹੋਵੇਗਾ ਮੀਨਿੰਗ ਤੇ ਅੰਡਰਸਟੈਂਡਿੰਗ ਤੇ। 5ਵਾਂ ਪੁਆਇੰਟ ਹੈ ਸਕੈਫੋਲਡਿੰਗ। ਇਸ ਵਰਡ ਨੂੰ ਤੇ ਦਿਮਾਗ 'ਚ ਲੌਕ ਕਰ ਲਓ। ਇਸ ਦਾ ਸਿੰਪਲ ਮਤਲਬ ਹੈ ਟੈਂਪਰੇਰੀ ਹੈਲਪ, ਜਿਵੇਂ ਹਿੰਟਸ ਜਾਂ ਪ੍ਰੌਂਪਟਸ ਦੇਣਾ। ਫॉर ਐਗਜ਼ਾਮਪਲ, ਸੋਚੋ ਇਸ ਕਹਾਣੀ ਦਾ ਹੀਰੋ ਅੱਗੇ ਕੀ ਕਰ ਸਕਦਾ ਹੈ। ਇਹ ਉਹ ਟੈਂਪਰੇਰੀ ਹੈਲਪ ਹੈ ਜੋ ਧੀਰੇ-ਧੀਰੇ ਤੁਸੀਂ ਹਟਾ ਲੋਗੇ। ਤੇ ਆਖਰੀ, ਪ੍ਰੋਬਲਮ ਸੋਲਵਿੰਗ ਟਾਸਕਸ, ਜਿਵੇਂ ਡਿਬੇਟ ਕਰਵਾਉਣਾ, ਜਿੱਥੇ ਬੱਚੇ ਲੈਂਗੁਏਜ ਨੂੰ ਅਸਲ ਵਿੱਚ ਯੂਜ਼ ਕਰਕੇ ਸਿੱਖਦੇ ਨੇ। ਓਕੇ, ਹੁਣ ਆਉਂਦੇ ਆ ਉਸ ਟੌਪਿਕ ਤੇ ਜਿੱਥੋਂ ਸੀਟੈਟ ਤੇ ਪੀਐਸਟੈਟ ਵਿੱਚ ਡਾਇਰੈਕਟ ਪੱਕਾ ਸਵਾਲ ਬਣਦਾ ਹੈ, ਕੰਸਟਰਕਟਿਵਿਸਟ ਤੇ ਟ੍ਰੈਡੀਸ਼ਨਲ ਕਲਾਸਰੂਮ ਦਾ ਫਰਕ। ਚਲੋ ਇਸ ਕੰਪੈਰੀਜ਼ਨ ਨੂੰ ਬੜੇ ਆਰਾਮ ਨਾਲ ਸਮਝਦੇ ਹਾਂ। ਇਸ ਟੇਬਲ ਨੂੰ ਜ਼ਰਾ ਧਿਆਨ ਨਾਲ ਦੇਖੋ। ਇੱਕ ਪਾਸੇ ਕੰਸਟਰਕਟਿਵਿਸਟ ਕਲਾਸ ਲਰਨਰ ਸੈਂਟਰਡ ਹੈ ਤੇ ਦੂਜੇ ਪਾਸੇ ਟ੍ਰੈਡੀਸ਼ਨਲ ਟੀਚਰ ਸੈਂਟਰਡ। ਕੰਸਟਰਕਟਿਵਿਸਟ ਵਿੱਚ ਡਿਸਕਸ਼ਨ ਹੁੰਦੀ ਹੈ, ਟ੍ਰੈਡੀਸ਼ਨਲ ਵਿੱਚ ਲੈਕਚਰ। ਕੰਸਟਰਕਟਿਵਿਸਟ ਵਿੱਚ ਗਰੁੱਪ ਵਰਕ ਤੇ ਜ਼ੋਰ ਦਿੱਤਾ ਜਾਂਦਾ ਹੈ, ਟ੍ਰੈਡੀਸ਼ਨਲ ਵਿੱਚ ਇੰਡੀਵਿਜੂਅਲ ਵਰਕ ਤੇ ਹਾਂ, ਸਭ ਤੋਂ ਵੱਡਾ ਫਰਕ, ਕੰਸਟਰਕਟਿਵਿਸਟ ਵਿੱਚ ਅਸੈਸਮੈਂਟ ਫਾਰਮੇਟਿਵ ਹੁੰਦੀ ਹੈ, ਯਾਨੀ ਲਗਾਤਾਰ ਚੱਲਣ ਵਾਲੀ, ਜਦਕਿ ਟ੍ਰੈਡੀਸ਼ਨਲ ਵਿੱਚ ਸਮੇਟਿਵ, ਯਾਨੀ ਬਸ ਫਾਈਨਲ ਐਗਜ਼ਾਮਸ ਤੇ ਹੀ ਫੋਕਸ ਹੁੰਦਾ ਹੈ। ਚਲੋ ਹੇਅਰ ਇਜ਼ ਅ ਗੋਲਡਨ ਟਿਪ ਫॉर ਯਰ ਐਗਜ਼ਾਮ। ਜੇ ਕਿਸੇ ਵੀ ਕੁਐਸਚਨ ਵਿੱਚ ਇਹ ਲਿਖਿਆ ਹੈ ਕਿ ਟੀਚਰ ਬੱਚਿਆਂ ਨੂੰ ਰੂਲਸ ਖੁਦ ਡਿਸਕਵਰ ਕਰਨ ਲਈ ਐਨਕਰੇਜ ਕਰ ਰਹੀ ਹੈ, ਤਾਂ 100% ਆਨਸਰ ਕੰਸਟਰਕਟਿਵਿਸਟ ਹੀ ਹੋਵੇਗਾ। ਇਸ ਨੂੰ ਇੰਡਕਟਿਵ ਮੈਥਡ ਵੀ ਕਹਿੰਦੇ ਨੇ, ਮਤਲਬ ਐਗਜ਼ਾਮਪਲਸ ਤੋਂ ਰੂਲ ਤੱਕ ਜਾਣਾ, ਨਾ ਕਿ ਰੂਲ ਪਹਿਲਾਂ ਰੱਟਾ ਲਾਉਣਾ। ਠੀਕ ਹੈ, ਇੰਨਾ ਕੁਝ ਪੜ੍ਹ ਲਿਆ। ਹੁਣ ਸਵਾਲ ਇਹ ਹੈ ਕਿ ਇਸ ਨੂੰ ਦਿਮਾਗ ਵਿੱਚ ਲੌਕ ਕਿਵੇਂ ਕਰਨਾ ਹੈ। ਟੈਨਸ਼ਨ ਨਾ ਲਓ, ਚਲੋ ਇਸ ਦੇ ਲਈ ਕੁਝ ਸਿੰਪਲ ਜਿਹੇ ਮੈਮਰੀ ਟ੍ਰਿਕਸ ਦੇਖਦੇ ਹਾਂ। ਇਹ ਹੈ ਆਪਣੀ ਸੁਪਰ ਟ੍ਰਿਕ, ਪਿਕਸ ਐਫ। ਬਸ ਇੰਨਾ ਸੋਚੋ ਕਿ ਕਲਾਸ ਵਿੱਚ ਬੱਚੇ ਪਿਕਸ ਯਾਨੀ ਫੋਟੋਜ਼ ਖਿੱਚ ਰਹੇ ਨੇ। ਸੋ P ਫॉर ਪ੍ਰਾਇਰ ਨੌਲੇਜ, I ਫॉर ਇੰਟਰੈਕਸ਼ਨ, C ਫॉर ਚਾਈਲਡ ਸੈਂਟਰਡ, S ਫॉर ਸਕੈਫੋਲਡਿੰਗ। ਤੇ ਟੀਚਰ ਕੀ ਕਰ ਰਹੀ ਹੈ?
ਉਹ F ਫॉर ਫੈਸਿਲਿਟੇਟਰ ਹੈ, ਉਹਨਾਂ ਦੀ ਹੈਲਪ ਕਰ ਰਹੀ ਹੈ। ਸਿੰਪਲ, ਪਿਕਸ F ਕਦੀ ਨਹੀਂ ਭੁੱਲੋਗੇ। ਇੱਕ ਗੱਲ ਦਾ ਖਾਸ ਧਿਆਨ ਰੱਖਣਾ, ਐਗਜ਼ਾਮੀਨਰ ਅਕਸਰ ਕਨਫਿਊਜ਼ ਕਰਦਾ ਹੈ। ਦੇਖੋ, ਕੰਸਟਰਕਟਿਵਿਜ਼ਮ ਇੱਕ ਥਿਉਰੀ ਆਫ ਲਰਨਿੰਗ ਹੈ। ਇਹ ਇੱਕ ਸੋਚ ਹੈ ਕਿ ਬੱਚਾ ਕਿਵੇਂ ਸਿੱਖਦਾ ਹੈ। ਇਹ CLT ਯਾਨੀ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਵਾਂਗੂ ਕੋਈ ਟੀਚਿੰਗ ਅਪਰੋਚ ਨਹੀਂ ਹੈ। ਦੋਨੋਂ ਬਿਲਕੁਲ ਅਲੱਗ ਚੀਜ਼ਾਂ ਨੇ। ਇਸ ਟ੍ਰੈਪ ਵਿੱਚ ਨਹੀਂ ਫਸਣਾ। ਚਲੋ ਜੀ, ਹੁਣ ਟਾਈਮ ਹੈ ਆਪਣੀ ਨੌਲੇਜ ਨੂੰ ਟੈਸਟ ਕਰਨ ਦਾ। ਮੈਂ ਕੁਐਸਚਨ ਤੇ ਆਪਸ਼ਨਸ ਪੜਾਂਗਾ, ਤੁਸੀਂ ਵੀਡੀਓ ਨੂੰ ਆਰਾਮ ਨਾਲ ਪੌਜ਼ ਕਰਕੇ ਸੋਚਣਾ ਤੇ ਫਿਰ ਮੇਰੀ ਐਕਸਪਲੇਨੇਸ਼ਨ ਸੁਣਨਾ। ਲੈਟਸ ਸੀ ਕਿ ਕਿੰਨਾ ਸਿੱਖਿਆ। ਰੈਡੀ? ਸਵਾਲ ਹੈ, ਇੱਕ ਟੀਚਰ ਸਟੂਡੈਂਟਸ ਨੂੰ ਗਰੁੱਪਸ ਵਿੱਚ ਇੱਕ ਅਖਬਾਰੀ ਲੇਖ ਲਈ ਹੈਡਲਾਈਨ ਬਣਾਉਣ ਲਈ ਕਹਿੰਦੀ ਹੈ। ਇਹ ਐਕਟੀਵਿਟੀ ਕਿਸ ਚੀਜ਼ ਨੂੰ ਪ੍ਰਮੋਟ ਕਰਦੀ ਹੈ? ਆਪਸ਼ਨਸ ਨੇ A ਰੋਟ ਮੈਮੋਰਾਈਜ਼ੇਸ਼ਨ, B ਟੀਚਰ ਸੈਂਟਰਡ ਅਪਰੋਚ, C ਕੰਸਟਰਕਟਿਵਿਸਟ ਲਰਨਿੰਗ ਜਾਂ D ਸਮੇਟਿਵ ਅਸੈਸਮੈਂਟ। ਸੋਚੋ। ਠੀਕ ਹੈ, ਸਹੀ ਜਵਾਬ ਹੈ C ਕੰਸਟਰਕਟਿਵਿਸਟ ਲਰਨਿੰਗ। ਕਿਉਂ? ਕਿਉਂਕਿ ਸਟੂਡੈਂਟਸ ਗਰੁੱਪਸ ਵਿੱਚ ਕੰਮ ਕਰ ਰਹੇ ਨੇ, ਇਹ ਹੋ ਗਿਆ ਇੰਟਰੈਕਸ਼ਨ, ਤੇ ਖੁਦ ਇੱਕ ਹੈਡਲਾਈਨ ਕ੍ਰੀਏਟ ਕਰ ਰਹੇ ਨੇ, ਇਹ ਹੋ ਗਈ ਨੌਲੇਜ ਕੰਸਟਰਕਸ਼ਨ। ਬਾਕੀ ਆਪਸ਼ਨਸ ਸਾਫ਼ ਗਲਤ ਨੇ। ਸਵਾਲ ਨੰਬਰ 2, ਵਾਈਗੋਸਕੀ ਦੁਆਰਾ ਦਿੱਤਾ ਗਿਆ ਸਕੈਫੋਲਡਿੰਗ ਦਾ ਕਨਸੈਪਟ ਕਿਸ ਚੀਜ਼ ਨੂੰ ਰਿਫਰ ਕਰਦਾ ਹੈ? ਆਪਸ਼ਨਸ ਨੇ A ਪਰਮਨੈਂਟ ਸੋਲੂਸ਼ਨਸ ਦੇਣਾ, B ਫਿਕਸਡ ਐਬਿਲਿਟੀ ਗਰੁੱਪਿੰਗ, C ਟੈਂਪਰੇਰੀ ਸਪੋਰਟ ਹੈ ਜੋ ਬਾਅਦ ਵਿੱਚ ਹਟਾ ਲਿਆ ਜਾਂਦਾ ਹੈ, ਜਾਂ D ਇੱਕ ਲੈਕਚਰ ਬੇਸਡ ਮੈਥਡ ਹੈ। ਦ ਕਰੈਕਟ ਆਨਸਰ ਇਜ਼ C। ਮੈਂ ਪਹਿਲਾਂ ਵੀ ਦੱਸਿਆ ਸੀ, ਸਕੈਫੋਲਡਿੰਗ ਦਾ ਕੀਵਰਡ ਹੈ ਟੈਂਪਰੇਰੀ। ਇਹ ਉਹ ਹੈਲਪ ਹੈ ਜੋ ਸਿਰਫ ਜ਼ਰੂਰਤ ਤੱਕ ਦਿੱਤੀ ਜਾਂਦੀ ਹੈ ਤੇ ਫਿਰ ਹਟਾ ਲਈ ਜਾਂਦੀ ਹੈ ਤਾਂ ਕਿ ਲਰਨਰ ਇੰਡੀਪੈਂਡੈਂਟ ਬਣ ਸਕੇ। ਸਵਾਲ ਨੰਬਰ 3 ਨੂੰ ਧਿਆਨ ਨਾਲ ਪੜ੍ਹਨਾ ਹੈ। ਲੀਸਟ ਲਾਈਕਲੀ ਪੁੱਛ ਰਿਹਾ ਹੈ, ਮਤਲਬ ਕਿਸ ਦੀ ਸੰਭਾਵਨਾ ਸਭ ਤੋਂ ਘੱਟ ਹੈ। ਆਪਸ਼ਨਸ ਨੇ A ਸਟੂਡੈਂਟਸ ਡਿਬੇਟਿੰਗ, B ਟੀਚਰ ਐਕਸਪਲੇਨਿੰਗ ਆਲ ਗ੍ਰਾਮਰ ਰੂਲਸ ਫਰਸਟ, C ਸਟੂਡੈਂਟਸ ਵਰਕਿੰਗ ਇਨ ਪੇਅਰਸ, ਜਾਂ D ਲਰਨਰਸ ਕਨੈਕਟਿੰਗ ਅ ਸਟੋਰੀ ਟੂ देयर ਲਾਈਫ। ਓਕੇ, ਦ ਕਰੈਕਟ ਆਨਸਰ ਇਜ਼ B, ਕਿਉਂਕਿ ਪਹਿਲਾ ਸਾਰੇ ਗ੍ਰਾਮਰ ਰੂਲਸ ਐਕਸਪਲੇਨ ਕਰਨਾ ਇੱਕ ਬਿਲਕੁਲ ਟ੍ਰੈਡੀਸ਼ਨਲ, ਟੀਚਰ ਸੈਂਟਰਡ ਤੇ ਡਿਡਕਟਿਵ ਮੈਥਡ ਹੈ। ਕੰਸਟਰਕਟਿਵਿਸਟ ਕਲਾਸ ਵਿੱਚ ਸਟੂਡੈਂਟਸ ਐਗਜ਼ਾਮਪਲਸ ਦੇ ਥਰੂ ਰੂਲਸ ਨੂੰ ਖੁਦ ਡਿਸਕਵਰ ਕਰਦੇ ਨੇ। ਨੈਕਸਟ ਕੁਐਸਚਨ, ਇੱਕ ਟੀਚਰ ਫਾਰਮਲ ਲੈਟਰ ਲਿਖਣ ਲਈ ਸ਼ੁਰੂਆਤੀ ਫਰੇਜ਼ਸ ਵਾਲਾ ਇੱਕ ਟੈਂਪਲੇਟ ਦਿੰਦੀ ਹੈ। ਇਹ ਕਿਸ ਚੀਜ਼ ਦੀ ਮਿਸਾਲ ਹੈ? A ਸਮੇਟਿਵ ਅਸੈਸਮੈਂਟ, B ਰੌਟ ਲਰਨਿੰਗ, C ਸਕੈਫੋਲਡਿੰਗ, ਜਾਂ D ਇੱਕ ਟ੍ਰੈਡੀਸ਼ਨਲ ਲੈਕਚਰ। ਸੋਚੋ। ਬਿਲਕੁਲ ਸਹੀ, ਇਸ ਦਾ ਆਨਸਰ ਹੈ C ਸਕੈਫੋਲਡਿੰਗ। ਟੀਚਰ ਨੇ ਪੂਰਾ ਲੈਟਰ ਲਿਖ ਕੇ ਨਹੀਂ ਦਿੱਤਾ, ਸਿਰਫ ਸ਼ੁਰੂ ਕਰਨ ਲਈ ਇੱਕ ਟੈਂਪਰੇਰੀ ਹੈਲਪ, ਇੱਕ ਸਟਰਕਚਰ ਪ੍ਰੋਵਾਈਡ ਕੀਤਾ ਹੈ। ਦਿਸ ਇਜ਼ ਅ ਕਲਾਸਿਕ ਐਗਜ਼ਾਮਪਲ ਆਫ ਸਕੈਫੋਲਡਿੰਗ ਇਨ ਐਕਸ਼ਨ। ਤੇ ਇਹ ਹੈ ਆਖਰੀ ਸਵਾਲ, ਇੱਕ ਕੰਸਟਰਕਟਿਵਿਸਟ ਇੰਗਲਿਸ਼ ਲੈਂਗੁਏਜ ਕਲਾਸਰੂਮ ਵਿੱਚ ਟੀਚਰ ਦਾ ਪ੍ਰਾਇਮਰੀ ਰੋਲ ਕੀ ਹੁੰਦਾ ਹੈ? A ਇੰਸਟ੍ਰਕਟਰ, B ਐਗਜ਼ਾਮੀਨਰ, C ਫੈਸਿਲਿਟੇਟਰ, ਜਾਂ D ਡਿਸਪਲਿਨੇਰੀਅਨ। ਇਹ ਤੇ ਹੁਣ ਸਭ ਨੂੰ ਬਿਲਕੁਲ ਸਾਫ਼ ਪਤਾ ਹੋਣਾ ਚਾਹੀਦਾ ਹੈ। ਦ ਕਰੈਕਟ ਆਨਸਰ ਇਜ਼ C ਫੈਸਿਲਿਟੇਟਰ। ਟੀਚਰ ਦਾ ਮੁੱਖ ਰੋਲ ਗਿਆਨ ਦੇਣ ਵਾਲਾ ਇੰਸਟ੍ਰਕਟਰ ਨਹੀਂ, ਬਲਕਿ ਸਿੱਖਣੇ ਦੇ ਪ੍ਰੋਸੈਸ ਵਿੱਚ ਹੈਲਪ ਕਰਨ ਵਾਲਾ, ਰਾਹ ਦਿਖਾਉਣ ਵਾਲਾ ਫੈਸਿਲਿਟੇਟਰ ਹੁੰਦਾ ਹੈ। ਮੁਬਾਰਕ ਹੋ, ਇਸ ਸੈਸ਼ਨ ਤੋਂ ਬਾਅਦ ਤੁਸੀਂ ਕੰਸਟਰਕਟਿਵਿਜ਼ਮ ਦੇ ਕਨਸੈਪਟ ਨੂੰ ਆਪਣੇ ਐਗਜ਼ਾਮ ਲਈ ਪੂਰੀ ਤਰ੍ਹਾਂ ਮਾਸਟਰ ਕਰ ਚੁੱਕੇ ਹੋ। ਆਈ ਐਮ ਸ਼ੋਰ ਹੁਣ ਇਸ ਟੌਪਿਕ ਤੇ ਤੁਹਾਨੂੰ ਪੂਰਾ ਕੌਨਫੀਡੈਂਸ ਫੀਲ ਹੋ ਰਿਹਾ ਹੋਵੇਗਾ। ਜੇ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਾ ਤੇ ਤੁਸੀਂ ਆਪਣੀ ਸਿਲੈਕਸ਼ਨ ਲਈ ਸੱਚਮੁੱਚ ਸੀਰੀਅਸ ਹੋ ਤਾਂ PST TET CTET ਪ੍ਰੈਪ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਹਾਂ, ਇਸ ਕਲਾਸ ਨੂੰ ਸਿਰਫ ਉਹਨਾਂ ਦੋਸਤਾਂ ਨਾਲ ਸ਼ੇਅਰ ਕਰਨਾ ਜੋ ਵਾਕਈ ਸੀਰੀਅਸ ਐਸਪੀਰੈਂਟਸ ਨੇ। ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਕਿ ਅਗਲੀ PYQs ਵਾਲੀ ਕਲਾਸ ਬਿਲਕੁਲ ਮਿਸ ਨਾ ਹੋਵੇ। ਯਾਦ ਰੱਖੋ, ਕੀਪ ਲਰਨਿੰਗ, ਕੀਪ ਗਰੋਇੰਗ। ਅਗਲੀ ਕਲਾਸ ਵਿੱਚ ਇੱਕ ਨਏ ਇੰਪੋਰਟੈਂਟ ਟੌਪਿਕ ਦੇ ਨਾਲ ਮਿਲਾਂਗੇ। ਸਟੇ ਫੋਕਸਡ ਐਂਡ ਆਲ ਦ ਬੈਸਟ।